सत श्री अकाल, मैं हाँ बब्बल मटौर ते तुसी देखण जा रहे हो एक खास एपीसोड संगत टैलीविजन के लंडन स्टूडियो तो। दोस्तों, साडा अज दा ये एपीसोड कलगीधर ट्रस्ट बड़ू साहब के फ्लड रिलीफ की चल रही सीरीज़ के तहत एक नवा एपीसोड होएगा। तो सब तो पहला मैं अज दे इस एपीसोड दे विच अपडेट लैण तो पहला साडे मेहमान सरदार रणबीर सिंह जी अटवाल जी का स्वागत करना चाहांगा ते एपीसोड की शुरुआत करना चाहांगा। अटवाल साहब बहुत बहुत स्वागत है जी अज के एपीसोड दे विच। वाहिगुरू जी का खालसा वाहिगुरू जी की फतेह जी। अटवाल साहब, जिस तरह असी पिछले कुछ हफ्तियां तो कलगीधर ट्रस्ट बड़ू साहब के फ्लड रिलीफ की जो सीरीज़ चल रही हैगी है, जो अपडेट असी दे रहे हैं, जो इन्फॉर्मेशन असी साझी करते आ रहे हैं, मैं चाहांगा सब तो पहला असी उत्थों शुरुआत करिए कि अज दे हुण समय दे विच, अज दे इस हफ्ते दे विच कित्थे गल खड़ी है, की अपडेट हैगा जी। थैंक यू बबल साहब। हाँ जी, साडे वो 25 सैप्टेंबर ਨੂੰ ਜਦੋਂ इंसीडेंट होया उस तो बाद असी मन लगता 26 27 2 के बाद अपील शुरू हो गई जी। सो नीयरली 1.5 महीना अपील चली है। तो संगतां ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਹੀ ਬਣਦਾ ਹੈ ਕਿ ਅਸੀਂ ਜਿਨ੍ਹਾਂ ਨੇ ਵੀ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਤੇ ਬੜਾ ਵੱਧ ਚੜ ਕੇ, ਕਿਉਂਕਿ ਸੇਵਾ ਤਾਂ ਸੇਵਾ ਹੀ ਹੈ ਨਾ, ਭਾਵੇਂ ਜਿਹੜਾ ਉਹਦੇ ਪਿੱਛੇ ਖਿਆਲ ਆ ਉਹ ਕਾਊਂਟ ਹੁੰਦਾ ਜੀ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਤੇ ਸਾਨੂੰ ਇਹ ਦੱਸ ਕੇ ਵੀ ਬੜੀ ਖੁਸ਼ੀ ਹੋਏਗੀ ਕਿ ਜਿਹੜੀ ਮੇਨ ਬੜੂ ਸਾਹਿਬ ਦੀ ਆਪਰੇਸ਼ਨ ਹੈ, ਕਲਾਸਿਸ ਹੈ, ਬਿਲਡਿੰਗਸ ਹੈ ਤੇ ਕੰਟੈਂਟਸ ਜੋ ਲਾਸ ਹੋਏ ਸੀਗੇ, ਮੋਸਟਲੀ ਐਵਰੀਥਿੰਗ ਇਜ਼ ਬੈਕ ਟੂ ਨੋਰਮਲ ਜੀ। ਤੇ ਜਿਸ ਤਰ੍ਹਾਂ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਕਿ ਟੋਟਲ ਲਾਸ 15 ਕਰੋੜ ਦੇ ਆਸ-ਪਾਸ ਹੈ, ਕਿਉਂਕਿ ਉਹ ਪੂਰਾ ਲਾਸ ਤੇ ਮੈਂ ਨਹੀਂ ਸਾਰੀਆਂ ਅਪੀਲਾਂ ਦੇ ਨਾਲ ਹਾਲੇ ਨਹੀਂ ਹੋਇਆ, ਪਰ ਇਹ ਹੈ ਕਿ ਜਿਸ ਤਰ੍ਹਾਂ ਉਹ ਕੰਮ ਚੱਲਦਾ ਜਾਏਗਾ ਤੇ ਉਹ ਜਿਸ ਤਰ੍ਹਾਂ ਵੀ ਹੈ ਇਹਨਾਂ ਦੇ ਹੋਰ ਜਿੰਨੇ ਵੀ ਸੋਰਸਿਸ ਹੈਗੇ ਨੇ ਤੇ ਉਹ ਕੰਮ ਸਿਰੇ ਚੜ੍ਹ ਜਾਏਗਾ। ਤੇ ਜਿਹੜਾ ਸਭ ਤੋਂ ਵੱਡਾ ਕੰਮ ਹੁਣ ਬਾਕੀ ਹੈ ਜੀ, ਉਹ ਹੈ ਕਿ ਜਿਹੜੀ ਇਨਫਰਾਸਟ੍ਰਕਚਰ, ਜਿਹੜੀ ਪਹਾੜੀ ਕੰਪਲੈਕਸ ਹੈ ਸਾਰਾ, ਉਹ ਉੱਥੇ ਜਿਹੜੀ ਇਨਫਰਾਸਟ੍ਰਕਚਰ ਹੈ, ਜਿਸ ਤਰ੍ਹਾਂ ਰੋਡਸ ਦਾ ਜਿਹੜਾ ਡੈਮੇਜ ਹੈ, ਉਹ ਸਾਰੀਆਂ ਦੁਬਾਰਾ ਬਣਾਉਣ ਦੇ ਵਿੱਚ ਕਾਫੀ ਹਾਲੇ ਟਾਈਮ ਲੱਗ ਜਾਏਗਾ, 3-4 ਮਹੀਨੇ ਲੱਗ ਜਾਣਗੇ ਜੀ। ਤੇ ਦੂਸਰਾ ਵੱਡਾ ਪ੍ਰੋਜੈਕਟ ਹੈ ਕਿ ਜਿੱਥੇ ਬੱਦਲ ਫਟਿਆ ਸੀ ਉੱਪਰ ਪਹਾੜੀਆਂ ਤੇ ਉੱਥੋਂ ਜਿਹੜਾ ਉਹ ਪਾਣੀ ਦਾ ਇੱਕ ਰਾਹ ਬਣ ਗਿਆ, ਉਹ ਜਿਹੜਾ ਉਹਦਾ ਪਾਣੀ ਦਾ ਡਰੇਨੇਜ ਸਿਸਟਮ ਆ ਉਹਨੂੰ ਸਿਕਿਉਰ ਕਰਨਾ ਬਹੁਤ ਜ਼ਰੂਰੀ ਹੈ ਕਿ ਬਾਈ ਚਾਂਸ ਕੋਈ ਹੋਰ ਭਾਰੀ ਬਾਰਿਸ਼ ਹੋ ਜਾਏ ਜਾਂ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਦੁਬਾਰਾ ਹੋ ਜਾਏ ਤਾਂ ਉਹ ਜਿਹੜਾ ਪਾਣੀ ਜਿਹੜਾ ਹੁਣ ਆਇਆ ਬੜੂ ਸਾਹਿਬ ਕੰਪਲੈਕਸ 'ਚ ਨਾ ਆਵੇ, ਤਾਂ ਕਿ ਉਹਨਾਂ ਨੂੰ ਥੋੜ੍ਹਾ ਚੈਨਲਾਈਜ਼ ਕਰਕੇ ਉੱਪਰੋਂ ਪਹਾੜੀ ਤੋਂ ਹੀ ਉਹਨਾਂ ਡਰੇਨੇਜ ਕਰਕੇ ਥੱਲੇ ਜਿਹੜੀ ਉਹ ਇੱਕ ਨਦੀ ਚੱਲਦੀ ਹੈ ਉਹਦੇ ਵਿੱਚ ਉਹ ਨਿਕਲ ਜਾਏ, ਬਾਈਪਾਸ ਹੋ ਜਾਏ, ਸੋ ਫਿਊਚਰ 'ਚ ਬਾਈ ਚਾਂਸ ਇੱਦਾਂ ਦਾ ਕੋਈ ਨੁਕਸਾਨ ਨਾ ਹੋਵੇ ਜੀ ਜੀ। ਸੋ ਬੜੀ ਪਲੈਨਿੰਗ ਦੇ ਨਾਲ ਦਿਨ ਰਾਤ ਇੱਕ ਕਰਕੇ ਬਹੁਤ ਮਿਹਨਤ, ਸਾਰੀਆਂ ਸੰਗਤਾਂ ਦਾ ਸਹਿਯੋਗ, ਜਿੱਥੇ ਜਿੱਥੇ ਜੋ ਵੀ ਕੁਛ ਕਰ ਸਕੇ ਆਪਣੇ, ਉੱਥੇ ਜੋ ਵੀ ਬਿਜ਼ਨਸ ਨੇ ਅੰਡਰ ਕੋਆਪਰੇਟ ਸੋਸ਼ਲ ਰਿਸਪੌਂਸਿਬਿਲਿਟੀ, ਕਿਉਂਕਿ ਹਰ ਪਾਸੇ ਸੋਸ਼ਲ ਮੀਡੀਆ 'ਤੇ ਸਾਰੇ ਪਾਸੇ ਅਪੀਲਾਂ ਚੱਲ ਰਹੀਆਂ ਸੀ। ਇੱਥੇ ਵੀ ਜਿਸ ਤਰ੍ਹਾਂ ਯੂਕੇ ਦੇ ਵਿੱਚ ਮੇਨਲੀ ਸੰਗਤ TV ਤੋਂ ਅਪੀਲ ਚੱਲ ਰਹੀ ਸੀ ਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਭਾਈ ਸਾਹਿਬ ਜੀ ਨੇ ਵੀ ਆਪਣੇ ਨਿੱਜੀ ਤੌਰ 'ਤੇ ਵੀ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਯੋਗਦਾਨ ਪਾਇਆ। ਉਹਨੇ ਆਪਣੀ ਅਪੀਲ ਵੀ ਗੁਰੂ ਘਰਾਂ ਦੇ ਵਿੱਚ ਕੀਤੀ ਹੈ ਜੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਜੋ ਵਿਪਤਾ ਦਾ ਸਮਾਂ ਆਉਂਦਾ ਤੇ ਉਹਦੇ ਵਿੱਚ ਸਾਰੇ ਰਲ ਕੇ ਇਹਦੇ ਵਿੱਚੋਂ ਨਿਕਲਣ 'ਚ ਉਪਰਾਲਾ ਕਰਦੇ ਨੇ ਜੀ। ਸੋ ਸੰਗਤਾਂ ਦਾ ਬਹੁਤ ਧੰਨਵਾਦ। ਤੇ ਹਾਲੇ ਜਿਹੜਾ ਜੋ ਵੀ ਟਾਈਮ ਹੈ, ਮੈਨੂੰ ਲੱਗਦਾ ਕਿ ਪੂਰਾ ਲੈ ਕੇ ਚਲੋ ਕਿ 1 ਸਾਲ ਦੇ ਵਿੱਚ all the things would be back to normal ਜੀ। ਉਹ ਤਾਂ ਜਿਹੜੀ ਕੰਪਲੈਕਸ ਦੇ ਅੰਦਰ ਹੈ, ਕੰਪਲੈਕਸ ਦੇ ਬਾਹਰ ਜਿਹੜੀਆਂ ਰੋਡਾਂ ਉਹਦੇ ਦੇ ਵਿੱਚ ਹੋ ਸਕਦਾ ਕਿ ਆਪਣੀ ਸਰਕਾਰ ਕਿੰਨਾ ਟਾਈਮ ਲਾਉਂਦੀ, ਕਿਸ ਤਰ੍ਹਾਂ ਕਰਦੇ ਨੇ ਜੀ, ਪਰ ਜਿਹੜੇ ਰਾਸਤੇ ਰੂਟ ਸੀਗੇ ਬੜੂ ਸਾਹਿਬ ਦੇ ਉਹ ਸਾਰਾ ਦੁਆਰਾ ਚੱਲ ਪਏ ਨੇ ਜੀ। ਸੋ ਜਿਹੜਾ ਮੇਨ ਜਿਹੜਾ ਇੰਟਰਪਸ਼ਨ ਸੀ ਉਹਦੇ ਨਾਲ ਡੀਲ ਹੋ ਗਿਆ ਤੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ, ਪੂਰਾ ਕੰਪਲੈਕਸ ਸੇਫ ਹੈ। ਤੇ ਜਿਹੜੇ ਹੁਣ ਲੌਂਗ ਰਨ ਓਬਜੈਕਟਿਵਸ ਹੈ ਕਿ ਇੱਕ ਦੂਰ ਅੰਦੇਸ਼ੀ ਦੇ ਨਾਲ ਸਾਰੇ ਇੰਸੀਡੈਂਟ ਨੂੰ ਦੇਖਣਾ ਤੇ ਉਹਦੇ ਹਿਸਾਬ ਦੇ ਨਾਲ ਕੋਈ ਪ੍ਰੀਕਾਸ਼ਨ ਲੈਣੀ ਜੀ ਤੇ ਸੇਫਗਾਰਡ ਬਿਲਡ ਇਨ ਕਰਨੇ, ਉਹ ਤੇ ਫਿਰ ਪ੍ਰੋਸੈਸ ਚੱਲਦੀ ਰਹੇਗੀ। ਹਾਂਜੀ ਜੀ ਜੀ, ਬਿਲਕੁਲ ਜੀ। ਹਾਂਜੀ ਅਟਵਾਲ ਸਾਹਿਬ, ਬੜੀ ਖੁਸ਼ੀ ਵਾਲੀ ਗੱਲ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਸੰਗਤਾਂ ਨੇ ਬੜਾ ਸਾਥ ਦਿੱਤਾ ਹੈਗਾ ਆ। ਬਾਕੀ ਚਲੋ ਯੂਕੇ ਤੋਂ ਇਲਾਵਾ ਹੋਰ ਵੀ ਇੰਡੀਆ ਜਾਂ ਹੋਰ ਕੰਟਰੀਜ਼ ਤੋਂ ਵੀ ਸਪੋਰਟ ਹੋ ਜਾਏਗੀ, ਗਵਰਨਮੈਂਟ ਵੱਲੋਂ ਵੀ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਸਪੋਰਟ ਹੋਵੇ ਉਹ ਹੋ ਸਕਦੀ ਹੈਗੀ ਹੈ। ਸੋ ਇਹਦੇ ਵਿੱਚ ਇੱਕ ਚੀਜ਼ ਹੋਈ ਹੋਵੇਗੀ ਜ਼ਰੂਰ ਕਿ ਸ਼ਾਇਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਕਹਿ ਲਓ ਡੋਨਰ ਹੈ
ਜਾਂ ਵਲੰਟੀਅਰ ਹੈਗੇ ਆ, ਜਿਨ੍ਹਾਂ ਨੇ ਵੀ ਸੇਵਾਵਾਂ ਪਾਈਆਂ ਹੈਗੀਆਂ, ਉਹ ਜ਼ਰੂਰ ਜੁੜੇ ਹੋਣਗੇ। ਬਿਲਕੁਲ ਬਿਲਕੁਲ ਹੈ ਨਾ ਜੀ। ਇਸ ਇਨਸੀਡੈਂਟ ਦੇ ਵਿੱਚੋਂ ਪੋਜ਼ਿਟਿਵ ਚੀਜ਼ ਹੈ, ਔਰ ਕਿੰਨਾ ਕੁਛ ਆਰਗੇਨਾਈਜੇਸ਼ਨ ਨੂੰ ਵੀ ਲਰਨ ਕਰਨ ਲਈ ਮਿਲਿਆ, ਐਜ਼ ਅ ਕਮਿਊਨਿਟੀ ਹਰੇਕ ਬੰਦੇ ਨੂੰ ਲਰਨ ਕਰਨ ਲਈ ਮਿਲਿਆ। ਔਰ ਕਿੰਨਾ ਵੱਡਾ ਇਨਸੀਡੈਂਟ ਇਹ ਜਿਹੜਾ ਹੋਇਆ ਆ, ਹੁਣ ਰਿਕਵਰੀ ਵੱਲ ਨੂੰ ਵੱਧ ਰਿਹਾ ਹੈਗਾ ਆ। ਚਲੋ ਡੇ ਬਾਈ ਡੇ ਅਸੀਂ ਉਮੀਦ ਕਰਦੇ ਹਾਂ ਕਿ ਉੱਥੇ ਜੋ ਹੈ ਡੇ ਬਾਈ ਡੇ ਬੈਕ ਟੂ ਨੋਰਮਲ ਹੀ ਸਰਕਮਸਟਾਂਸ ਸਾਰੇ ਹੋਣ। ਅਟਵਾਲ ਸਾਹਿਬ, ਗੱਲ ਜਦੋਂ ਜੁੜਨ ਦੀ ਆਉਂਦੀ ਹੈ, ਜਦੋਂ ਕਦੇ ਸੇਵਾ ਦੀ ਗੱਲ ਆਉਂਦੀ ਹੈ, ਤਾਂ ਸੇਵਾ ਇੱਕ ਲਫ਼ਜ਼ ਕਹਿ ਲਓ, ਕੋਈ ਕਿੰਨਾ ਲਫ਼ਜ਼ ਇੱਕ ਹੈਗਾ, ਬਟ ਇਹਦਾ ਜੇ ਤੁਸੀਂ ਦੇਖੋ 360 ਡਿਗਰੀ, ਤਾਂ ਇਹ ਲਫ਼ਜ਼ ਨੂੰ ਜੀਣਾ ਜਾਂ ਇੰਪਲੀਮੈਂਟ ਕਰਨਾ, ਜਾਂ ਇਹਦੀ ਅਗਰ ਅਸੀਂ ਡੈਫੀਨੇਸ਼ਨ ਦੇਖੀਏ, ਜੇ ਇਹਦੀ ਅਸੀਂ ਡੈਫੀਨੇਸ਼ਨ, ਇੰਪਲੀਮੈਂਟੇਸ਼ਨ, ਜਾਂ ਤੁਸੀਂ ਕਿਸ ਤਰ੍ਹਾਂ ਸੇਵਾ ਕਰਨੀ ਹੈਗੀ ਹੈ, ਜੇ ਅਸੀਂ ਗੁਰੂ ਸਾਹਿਬਾਨ ਦੇ ਪੀਰੀਅਡ ਕਾਲ ਤੋਂ ਦੇਖ ਲਈਏ, ਜਾਂ ਅਸੀਂ ਸਮਕਾਲੀ ਦੇਖ ਲਈਏ, ਜਾਂ ਅਸੀਂ ਉਹ ਮਹਾਪੁਰਸ਼ ਦੇਖ ਲਈਏ ਜਿਨ੍ਹਾਂ ਦੀਆਂ ਜੀਵਨੀਆਂ ਸਾਡੇ ਅੱਗੇ ਹੈ, ਉਹਨਾਂ ਦਾ ਜੀਵਨ ਸਾਰਾ ਸਾਡੇ ਅੱਗੇ ਹੈ ਕਿ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਸੇਵਾ ਕੀਤੀ ਤੇ ਕਰਾਈ ਤੇ ਕਰਨ ਲਈ ਕਿਹਾ। ਕੀ ਸਮਝਦੇ ਹੋ? ਕਿਉਂਕਿ ਸੇਵਾ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਸਿੰਪਲ ਵੀ ਬੜੀ ਹੈ, ਪਰ ਉਹ ਫਿਰ ਡਿਫੀਕਲਟ ਵੀ ਬਹੁਤ ਹੋ ਜਾਂਦੀ ਹੈ, ਸੇਵਾ ਕਰਨੀ, ਕਮਾਣੀ, ਜੁੜਨਾ। ਕੀ ਕਹਿਣਾ ਚਾਹੋਗੇ? ਗੁਰਬਾਣੀ ਦਾ ਫਰਮਾਨ ਹੈ ਕਿ ਸੇਵਾ ਕਰਤ ਹੋਏ ਨਿਕਾਮੀ, ਤਿਸਕੋ ਹੋਵਤ ਪ੍ਰਾਪਤ ਸੁਆਮੀ। ਜੀ। ਸੋ ਵਾਹਿਗੁਰੂ ਨੂੰ ਪਾਉਣ ਦਾ ਇੱਕ ਸਾਧਨ ਹੈ ਸੇਵਾ। ਇਹਦੇ 'ਚ ਤੁਸੀਂ ਹਰ ਇੱਕ ਚੀਜ਼ ਨੂੰ ਲਿੰਕ ਕਰ ਸਕਦੇ ਹੋ, ਅਤੇ ਸੇਵਾ ਕਰਨ ਵਾਸਤੇ ਆਪਣਾ ਜਿਹੜਾ ਮਨ ਆ ਉਹਦੇ ਵਿੱਚ ਨਾ ਕਿਸੇ ਵਾਸਤੇ ਵੀ ਕੋਈ ਨਫ਼ਰਤ, ਕਿਸੇ ਤਰ੍ਹਾਂ ਦੀ ਵੀ ਕੋਈ ਹੇਟਰਡ ਨਹੀਂ ਆਪਣੇ ਮਨ 'ਚ ਹੋਣੀ ਚਾਹੀਦੀ। ਜੇ ਅਸੀਂ ਮਨ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ, ਫਰਕ ਜਾਂ ਨਫ਼ਰਤ ਰੱਖ ਕੇ ਕੁਝ ਵੀ ਕਰਦੇ ਹਾਂ, ਉਹ ਸਮਝ ਲਓ ਕਿ ਜਿਸ ਤਰ੍ਹਾਂ ਐਨੀ ਨੰਬਰ ਮਲਟੀਪਲਾਈਡ ਬਾਈ 0 ਇਜ਼ ਇਕੁਅਲ ਟੂ 0। ਜੀ। ਸੋ ਉਹੀ ਚੀਜ਼ ਹੋ ਜਾਂਦੀ ਹੈ, ਕਿਉਂਕਿ ਉਹ ਜਿਹੜੀ ਸੇਵਾ ਉਹਦਾ ਫਲ ਸਾਨੂੰ ਨਹੀਂ ਮਿਲਦਾ। ਸਾਡੀ ਜਿਹੜੀ ਡਿਵੈਲਪਮੈਂਟ ਹੈ, ਸਾਡੀ ਥਿੰਕਿੰਗ ਹੈ, ਉਹ ਸਹੀ ਟਰੈਕ 'ਤੇ ਨਹੀਂ ਪ੍ਰੋਗਰੈਸ ਕਰਦੀ। ਜੀ। ਸੋ ਉਹਦੇ 'ਚ ਸਾਡੇ ਕੋਲ ਬੜੀਆਂ ਹਿਸਟਰੀ ਦੇ ਵਿੱਚ ਐਗਜ਼ਾਮਪਲਸ ਨੇ। ਭਾਈ ਜਿਸ ਤਰ੍ਹਾਂ ਭਾਈ ਕਨ੍ਹਈਆ ਜੀ, ਤੇ ਅਸੀਂ ਮਤਲਬ ਬਹੁਤ ਆਪਣੀ ਸੰਗਤ 'ਤੇ ਕਹਿੰਦੀ ਹੈ ਕਿ ਜੇ ਰੈੱਡ ਕਰਾਸ ਦਾ ਅਸੀਂ ਡੈਫੀਨੇਸ਼ਨ ਦੇਖਣੀ ਹੈ ਵੀ ਕਦੋਂ ਸ਼ੁਰੂ ਹੋਇਆ, ਤੇ ਭਾਈ ਕਨ੍ਹਈਆ ਜੀ ਕਿ ਦੇਖੋ ਜ਼ਖਮੀ, ਲੜਾਈ ਦੇ ਵਿੱਚ ਜ਼ਖਮੀ, ਉਹਨਾਂ ਦੀਆਂ ਸੇਵਾ, ਪਾਣੀ ਦੀ ਸੇਵਾ ਕਰ ਰਹੇ, ਮਲਮ ਪੱਟੀ ਦੀ ਸੇਵਾ ਕਰ ਰਹੇ ਨੇ। ਜੀ। ਅਤੇ ਉਹਨਾਂ ਦੀ ਸ਼ਿਕਾਇਤ ਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਬਾਕੀਆਂ ਨੇ ਲਗਾਈ ਹੈ ਵੀ ਆਪਣੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾ ਰਹੇ, ਦੁਸ਼ਮਣਾਂ ਦੀ ਵੀ ਮਲਮ ਪੱਟੀ ਕਰੀ ਜਾ ਰਹੇ ਨੇ। ਜੀ। ਅਤੇ ਬਸ ਉਹਨਾਂ ਨੂੰ ਜੋ ਫਿਰ ਉਹਨਾਂ ਨੂੰ ਪੇਸ਼ੀ ਹੋਈ ਤਾਂ ਉਹਨੇ ਕਿਹਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਨੂੰ ਤਾਂ ਸਾਰਿਆਂ 'ਚ ਤੁਹਾਡਾ ਰੂਪ ਹੀ ਦਿਸਦਾ। ਹਾਂ। ਸੋ ਦੇਖੋ, ਆਪਣੇ ਜਿਹੜਾ ਇਨਸਾਨ ਦਾ ਜੋ ਆਪਣਾ ਜੀਵਨ ਹੈ, ਆਪਣੀ ਸੋਚ ਹੈ, ਜੋ ਆਪਣਾ ਕਰਮ ਹੈ, ਇਹਦੇ 'ਚ ਬਹੁਤ ਵੱਡੀ ਤਾਕਤ ਹੈ। ਗੁਰਬਾਣੀ ਦਾ ਹੀ ਪ੍ਰਾਮ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੀ, ਜੋ ਖੋਜੇ ਸੋ ਪਾਵੇ। ਜੀ। ਜਿਹੜੀ ਇੱਕ ਤਾਕਤ, ਜਿਹੜੀ ਇੱਕ ਸੁਪਰੀਮ ਪਾਵਰ ਇੱਕ ਕਣ ਕਣ ਦੇ ਵਿੱਚ ਵਸੀ ਹੋਈ ਹੈ, ਜੀ, ਪੂਰੇ ਖੰਡਾਂ ਬ੍ਰਹਿਮੰਡਾਂ 'ਚ ਵਸੀ ਹੋਈ ਹੈ, ਉਹੀ ਤਾਕਤ ਸਾਡੇ ਅੰਦਰ ਵੀ ਹੈ। ਜੀ। ਪਰ ਜਿਹਨੂੰ ਖੋਜ ਲਈ ਤੇ ਜਿਹੜਾ ਉਹਦੇ ਨਾਲ ਕਨੈਕਟ ਹੋ ਗਿਆ, ਉਹ ਸਮਝ ਲਓ ਵੀ ਉਸ ਜੋਤ ਦਾ ਰੂਪ ਹੋ ਗਿਆ, ਰੱਬ ਦਾ ਰੂਪ ਹੋ ਗਿਆ, ਅਤੇ ਉਹਦੇ ਕੋਲ ਜੋ ਵੀ ਹੈ, ਜਿਹੜੀਆਂ ਰਿੱਧੀਆਂ ਸਿੱਧੀਆਂ ਬਾਕੀ ਤਾਕਤਾਂ, ਪੈਸਾ, ਸਭ ਕੁਛ ਉਹਦੀ ਵੈਲਿਊ 0 ਹੋ ਜਾਂਦੀ ਹੈ। ਜਿਹੜਾ ਉਹ ਅਸੀਂ ਅਸਲੀ ਜਿਹੜਾ ਖਜ਼ਾਨਾ, ਨਾਮ ਧਨ ਕਹਿ ਲਓ, ਜੋ ਪਰਮਾਤਮਾ ਦਾ ਪਿਆਰ, ਜੋ ਕਨੈਕਸ਼ਨ ਜਦੋਂ ਹੋ ਜਾਂਦਾ, ਉਹ ਫਿਰ ਸੇਵਾ, ਉਹ ਤਾਂ ਫਿਰ ਸੇਵਾ ਦੀ ਇੱਕ ਅਲਟੀਮੇਟ ਸਟੇਜ ਹੋ ਗਈ ਨਾ। ਜੀ। ਅਤੇ ਇਹ ਵਾਕਿਆ ਹੀ ਕਿ ਆਪਣਾ ਮਨ ਨੂੰ ਸਾਫ਼ ਕਰਨਾ। ਸੰਤ ਅਤਰ ਸਿੰਘ ਜੀ ਮਹਾਰਾਜ ਜਦੋਂ ਸੰਤ ਤੇਜਾ ਸਿੰਘ ਜੀ ਉਹਨਾਂ ਦੇ ਕੋਲ ਗਏ, ਜੀ, ਅਤੇ ਉਹਨੇ ਆਪਣਾ ਇਹੋ ਇੱਛਾ ਪ੍ਰਗਟ ਕੀਤੀ ਕਿ ਮੈਂ ਆਪਣਾ ਅਗਲਾ ਲਾਈਫ ਹੀ ਸੇਵਾ ਚਲਾਉਣਾ ਚਾਹੁੰਦਾ, ਤਾਂ ਉਹਨਾਂ ਨੂੰ ਇਹੋ ਹੀ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਤੁਹਾਡੇ ਮਨ 'ਚ ਕਿਸੇ ਦੇ ਲਈ ਨਫ਼ਰਤ ਨਹੀਂ ਕੋਈ। ਜੀ। ਉਹ ਬਾਕੀ ਉਹਨਾਂ ਦੀ ਸਟੈਪ ਮਦਰ ਸੀ, ਅਤੇ ਉਹਨੇ ਦੱਸਿਆ ਵੀ ਮਦਰ ਦੇ ਮੈਂ ਲਾਈਕ ਨਹੀਂ ਕਰਦਾ ਉਹਨਾਂ ਨੇ ਜਿਸ ਤਰ੍ਹਾਂ ਸਾਨੂੰ ਕਹਿੰਦੇ, ਜਾਓ ਉਹਨਾਂ ਦੇ ਪੈਰੀਂ ਹੱਥ ਲਾ ਕੇ ਉਹਨਾਂ ਤੋਂ ਆਪਣਾ ਸਾਰਾ ਮਨ ਸਾਫ਼ ਕਰਕੇ ਉਹਨਾਂ ਤੋਂ ਮਾफ़ੀ ਮੰਗ ਕੇ ਆਓ। ਜੀ। ਸੋ ਇਸ ਤਰ੍ਹਾਂ ਹੀ ਹੋਇਆ। ਉਹ ਗੁਜਰਾਂ ਵਾਲੇ ਆਪਣੇ ਉੱਥੇ ਗਏ, ਮਾਤਾ ਜੀ ਨਾਲ ਸਭ ਕੁਝ ਦੱਸਿਆ ਕੀਤਾ, ਆਪਣਾ ਮਨ ਸਾਫ਼ ਕਰਕੇ। ਜਦੋਂ ਦੇਖੋ ਸੰਤ ਜਿਹੜੇ ਮਹਾਂਪੁਰਖ, ਉਹਨਾਂ ਨੂੰ ਸਾਰਿਆਂ ਦਾ ਪਤਾ ਹੁੰਦਾ ਵੀ ਕਿਹੜੀ ਚੀਜ਼ ਇਹਨਾਂ ਦੇ ਅੰਦਰ ਜਿਹੜਾ ਇਹਨਾਂ ਦਾ ਰਾਹ ਬਲੋਕ ਕਰ ਸਕਦੀ ਹੈ। ਇਹ ਬਹੁਤ ਵੱਡੀ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਇੱਕ ਬਚਨ ਵੀ ਹੈ ਕਿ ਕਿਸੇ ਦੇ ਬੋਲ ਕਬੋਲ ਸਹਾਰਨੇ। ਜੀ। ਕਿਸੇ ਦੇ ਬੋਲ ਕਬੋਲ ਸਹਾਰ ਲੈਣੇ, ਇੱਕ ਤਪਾਂ ਸਿਰ ਤਪ ਹੈ। ਜੀ।
ਉਹ ਸਹਾਰਨੇ ਦਾ ਮਤਲਬ ਇਹ ਹੈ ਕਿ ਮਨ 'ਚ ਨਫ਼ਰਤ ਨਹੀਂ ਆਉਣ ਦੇਣੀ। ਜੀ ਜੀ। ਹਾਂ, ਸੋ ਇਹ ਹੋਰ ਵੀ ਦੇਖੋ ਆਪਣੇ 'ਚ ਸੇਵਾ 'ਚ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇਖ ਲਓ, ਭਾਈ ਮੰਝ ਦੀ ਕਹਾਣੀ ਦੇਖ ਲਓ, ਤੇ ਇਹ ਦੇਖ ਲਓ ਕਿ ਜਿਸ ਤਰ੍ਹਾਂ ਸ਼ਹੀਦੀ ਹੋਈ ਹੈ ਤੇ 6ਵੇਂ ਪਾਤਸ਼ਾਹ ਫਿਰ ਵੀ ਉਹ ਇਕੱਠੇ ਸ਼ਿਕਾਰ ਖੇਲਣ ਜਾਂਦੇ ਹੁੰਦੇ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੈ, ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਦੇ ਲੜਕਿਆਂ ਦੇ ਨਾਲ ਵੀ ਉਹਨਾਂ ਦਾ ਕਿਸੇ ਦੇ ਨਾਲ ਗੁਰੂਆਂ ਦਾ ਤਾਂ ਚਲੋ ਉਹ ਤਾਂ ਰੱਬ ਦੇ ਰੂਪ ਹੈ, ਪਰ ਸਾਡੇ ਲਈ ਇਹ ਸਿੱਖਿਆ ਹੈ ਕਿ ਕਿਸੇ ਲਈ ਵੀ ਆਪਣਾ ਮਤਭੇਦ ਹੋਣਾ ਉਹਦੇ 'ਚ ਕੋਈ ਨੁਕਸਾਨ ਨਹੀਂ ਜੀ, ਉਹ ਹੋਣਾ ਵੀ ਚਾਹੀਦਾ, ਉਹਦੇ 'ਚ ਕੰਸਟਰਕਟਿਵ ਡਾਇਲੋਗ ਵੀ ਹੋਣਾ ਚਾਹੀਦਾ ਜੀ। ਪਰ ਜਿਹੜੀ ਨਫ਼ਰਤ ਹੈ ਉਹ ਇਨਸਾਨ ਨੂੰ ਖਤਮ ਕਰ ਦਿੰਦੀ ਹੈ। ਤੁਹਾਡਾ ਜਿਹੜਾ ਜੀਵਨ ਦਾ ਮਨੋਰਥ ਹੈ, ਜਿਸ ਤਰ੍ਹਾਂ ਮੈਂ ਕਿਹਾ ਕਿ ਐਨੀ ਨੰਬਰ ਮਲਟੀਪਲਾਈਡ ਬਾਈ 0 ਇਜ਼ ਇਕੁਅਲ ਟੂ 0, ਇਹ ਨਫ਼ਰਤ ਉਹ ਕੰਮ ਕਰਦੀ ਹੈ, ਤੁਹਾਡੀ ਲਾਈਫ ਨੂੰ 0 ਕਰ ਦਿੰਦੀ ਹੈ। ਗੁੱਸਾ ਵੀ ਆਉਂਦਾ ਕਈਆਂ ਤੇ ਗਿਲੇ ਸ਼ਿਕਵੇ ਸਭ ਕੁਝ ਚੱਲਦਾ ਰਹਿੰਦਾ, ਪਰ ਇਹ ਹੈ ਕਿ ਉਹ ਜਿਹੜਾ ਨਫ਼ਰਤ ਦਾ ਬਿਹੇਵੀਅਰ ਹੈ ਨਾ ਉਹ ਅਲੱਗ ਹੀ ਹੈ ਬਿਲਕੁਲ। ਉਹ ਚੀਜ਼ ਬਿਲਕੁਲ ਆਪਣੇ ਅੰਦਰੋਂ ਖਤਮ ਕਰਕੇ ਫਿਰ ਜਿਹੜੀ ਸੇਵਾ ਹੈ ਉਹ ਸੇਵਾ ਫਿਰ ਤੁਹਾਨੂੰ ਇਸ ਮਾਰਗ ਦੇ ਉੱਤੇ ਸੰਤ ਕਾ ਮਾਰਗ ਧਰਮ ਕੀ ਪੌੜੀ, ਉਹ ਸੰਤਾਂ ਵਾਲਾ ਮਾਰਗ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਤੇ ਮਿਲਦੀ ਇਹ ਆਪਣੇ ਸਾਰੀ ਖੇਲ ਹੈਗੀ ਕਰਮਾਂ ਦੀ ਜੀ। ਇਸੇ ਤਰ੍ਹਾਂ ਵੀ ਅਸੀਂ ਕਈ ਵਾਰੀ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਬਹੁਤ ਸੌਖਾ ਹੈ ਇਸ ਵੇਲੇ। ਕੋਈ ਕੰਮ ਆਪਣੇ ਤਰੀਕੇ ਨਾਲ ਕਰ ਰਿਹਾ, ਸਾਨੂੰ ਉਹ ਚੰਗਾ ਨਹੀਂ ਲੱਗਦਾ, ਅਸੀਂ ਇੱਕਦਮ ਟੈਂਪਰ ਲੂਜ਼ ਕਰ ਜਾਂਦੇ ਹਾਂ, ਸ਼ਾਊਟ ਕਰਨ ਲੱਗ ਪੈਂਦੇ ਹਾਂ ਵੀ ਇਹ ਕੀ ਕਰ ਰਹੇ ਹਾਂ, ਟਾਈਮ ਜ਼ਿਆਦਾ ਲੱਗ ਗਿਆ, ਗਲਤ ਹੋ ਗਿਆ, ਇਹ ਹੋ ਗਿਆ। ਇਹ ਸਾਰੀਆਂ ਚੀਜ਼ਾਂ ਹੈ ਕਿ ਦੋ ਇਨਸਾਨ ਜਿਹੜੇ ਨੇ ਉਹਨਾਂ ਦਾ ਇੱਕ, ਜਿਸ ਤਰ੍ਹਾਂ ਕਹਿੰਦੇ ਨੇ ਕਿ ਲਾਈਫ ਇੱਕ ਤੁਹਾਡਾ ਇੱਕ ਸਮਝ ਲਓ ਕਿ ਇੱਕ ਐਗਜ਼ਾਮ ਪੇਪਰ ਹੈ, ਤੇ ਜੋ ਵੀ ਇਸ ਲਾਈਫ 'ਚ ਆਇਆ ਉਹਨਾਂ ਦਾ ਕਿਸੇ ਦਾ ਵੀ ਐਗਜ਼ਾਮ ਪੇਪਰ ਸੇਮ ਨਹੀਂ ਹੈਗਾ ਇਹੋ ਬਿਲਕੁਲ। ਸੋ ਸਾਡਾ ਹੱਕ ਹੀ ਨਹੀਂ ਬਣਦਾ ਕਿਸੇ ਨੂੰ ਨਾ ਬਹੁਤਾ ਸਲਾਹ ਦੇ ਦਿਓ ਠੀਕ ਹੈ, ਹੈਲਪ ਕਰ ਦਿਓ ਠੀਕ ਹੈ, ਬਾਕੀ ਇਹ ਨਹੀਂ ਕਿ ਆਪਣੇ ਆਪ 'ਤੇ ਉਹਨੂੰ ਸਟ੍ਰੈਸ ਲੈ ਲਓ ਅਤੇ ਆਪਣੇ ਆਪ ਦਾ ਜੋ ਤੁਹਾਡਾ ਕਰਮ ਹੈ ਉਹ ਵੀ ਖਰਾਬ ਕਰ ਲਓ ਜੀ ਜੀ। ਸੋ ਖੇਤੀ ਸਾਰੀ ਕਰਮਾਂ ਦੀ ਹੈ, ਕਰਮ ਦੇ ਹਿਸਾਬ ਨਾਲ ਹੀ ਹੈ ਕਿ ਕੋਈ ਦੇਖੋ ਕਿੰਨੇ ਕੋਈ ਗਰੀਬ ਪਰਿਵਾਰ 'ਚ ਪੈਦਾ ਹੁੰਦਾ, ਕੋਈ ਮਹਾਰਾਜੇ ਦੇ ਪਰਿਵਾਰ 'ਚ ਪੈਦਾ ਹੁੰਦਾ ਜੀ, ਪਰ ਇਹ ਹੈ ਕਿ ਉਹ ਜਿੱਥੇ ਵੀ ਉਹ ਆਪਣਾ ਉਹਨਾਂ ਦਾ ਸਫ਼ਰ ਹੈ ਉੱਥੋਂ ਹੀ ਉਹਨਾਂ ਦਾ ਸਫ਼ਰ ਸਟਾਰਟ ਹੁੰਦਾ, ਉਹ ਕਿੱਥੇ ਪ੍ਰੋਗਰੈਸ ਕਰਨਾ। ਕੋਈ ਕੁੱਲੀ 'ਚ ਪੈਦਾ ਹੋ ਕੇ ਵੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ, ਕੋਈ ਮੰਜ਼ਿਲ ਦੇ ਨੇੜੇ ਪਹੁੰਚਿਆ ਥੱਲੇ ਡਿੱਗ ਪੈਂਦਾ ਜੀ। ਸੋ ਇਹ ਤਾਂ ਪਰਮਾਤਮਾ ਦੀ ਖੇਲ ਹੈ। ਇਸ ਖੇਲ ਦਾ ਨਜ਼ਾਰਾ ਵੀ ਉਹੀ ਲੈ ਸਕਦਾ ਕਿ ਜਿਹੜਾ ਇਹਨਾਂ ਚੀਜ਼ਾਂ ਦੇ ਬਾਰੇ ਥੋੜ੍ਹਾ ਜਿਹਾ ਸੋਚ ਕੇ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਆਪਣਾ ਜਿਹੜਾ ਜੀਵਨ ਜੋ ਆਨੰਦ ਹੈ ਉਹ ਇੰਜੋਏ ਕਰਦਾ, ਆਪਣਾ ਲਾਈਫ ਇੰਜੋਏ ਕਰਦਾ, ਆਪਣੇ ਕਰਮ ਨੂੰ ਇੰਪਰੂਵ ਕਰਦਾ। ਸੋ ਇਹ ਸਾਰਾ ਕੁਛ ਸੇਵਾ ਕਰਨੀ ਬੜੀ ਔਖੀ ਹੈ। ਹੁਣ ਇਹ ਦੇਖੋ ਕਿੱਡਾ ਵੱਡਾ ਸਾਡੀ ਜੋ ਅਪੀਲ ਚੱਲ ਰਹੀ ਸੀ ਪ੍ਰੋਗਰਾਮ ਦੀ, ਸਾਡੇ ਲਈ ਤਾਂ ਹੁਣ ਇਹੋ ਸੇਵਾ ਦਾ ਇੱਕ ਬਹੁਤ ਵੱਡਾ ਸਾਰਿਆਂ ਦੇ ਲਈ ਇੱਕ ਮੌਕਾ ਸੀ ਕਿ ਇਸ ਜਿਹੜੀ ਇਹੋ ਮਾੜਾ ਵਕਤ ਆਇਆ ਇਹਦੇ ਵਿੱਚ ਅਸੀਂ ਆਪਣਾ ਖਾਸ ਕਰਕੇ ਦਸਵੰਧ ਦੇ ਵਿੱਚੋਂ ਕੁਝ ਹਿੱਸਾ ਅਸੀਂ ਐਲੋਕੇਟ ਕਰੀਏ। ਉਹ ਵੀ ਹੁਣ ਕਈ ਵਾਰੀ ਹੁੰਦਾ ਕਿ ਦਸਵੰਧ ਦਾ ਵੀ ਚਲੋ ਸਾਰਿਆਂ ਦੀ ਆਪਣੀ ਕਮਿਟਮੈਂਟਸ ਹੈਗੀਆਂ, ਸਾਰਿਆਂ ਦੇ ਆਪਣੇ ਰੋਲਸ ਹੈਗੇ ਨੇ, ਕੋਈ ਕਿਸੇ ਸੇਵਾ 'ਚ ਲੱਗਾ, ਕੋਈ ਕਿਸੇ ਸੇਵਾ 'ਚ ਲੱਗਾ ਹੈ ਜੀ। ਪਰ ਇੱਥੇ ਵੀ ਫਿਰ ਮੈਂ ਉਹ ਜਿਹੜੀ ਜੋ ਬਿਗਰ ਪਿਕਚਰ ਵਾਹਿਗੁਰੂ ਆਪ ਹੀ ਕੰਟਰੋਲ ਕਰ ਰਿਹਾ, ਜਿੱਥੇ ਉਹਨੇ ਸੇਵਾ ਕਰਾਉਣੀ ਹੈ ਉੱਥੇ ਉਹਨੇ ਕਰਾ ਹੀ ਲੈਣੀ ਹੈ। ਸੋ ਸੰਗਤਾਂ ਦਾ ਫਿਰ ਇੱਕ ਵਾਰ ਬਹੁਤ ਧੰਨਵਾਦ ਕਿ ਇੱਕ ਬਹੁਤ ਵੱਡਾ ਕਾਰਜ ਜੋ ਕਿ ਪਹਿਲਾਂ ਵੀ ਦੱਸਿਆ ਸੀ ਕਿ ਕਲਗੀਧਰ ਟਰੱਸਟ ਦੇ ਬਹੁਤ ਵੱਡੇ ਕਾਰਜ, ਅਕਾਲ ਯੂਨੀਵਰਸਿਟੀ ਦਾ ਬਹੁਤ ਵੱਡਾ 500 ਕਰੋੜ ਦਾ ਪ੍ਰੋਜੈਕਟ ਸੀ ਜੀ। ਫਿਰ ਉਹ ਤੋਂ ਬਾਅਦ ਕੋਵਿਡ ਨੇ ਬਹੁਤ ਬੜਾ ਸੈਟਬੈਕ ਲੱਗਾ ਜੀ, ਅਤੇ ਇਸ ਵੇਲੇ ਜੋ ਇਹਨਾਂ ਦਾ ਟਾਰਗੇਟ ਹੈ 500 ਸਕੂਲ ਦਾ, ਉਹ ਸਿਰਫ ਸੰਗਤਾਂ ਦੇ ਸਹਿਯੋਗ ਨਾਲ ਹੀ ਬਣ ਸਕਦਾ, ਨਹੀਂ ਤਾਂ ਜਿਹੜੇ ਰੂਰਲ ਏਰੀਆ ਪਿੰਡਾਂ 'ਚ ਜਾ ਕੇ ਸਕੂਲ ਖੋਲ੍ਹਣੇ ਇਟਸ ਨੋਟ ਏ ਬਿਜ਼ਨਸ ਮਾਡਲ ਜੀ। ਅਤੇ ਬਿਲਡਿੰਗਾਂ ਦੇ ਖਰਚੇ ਆ, ਜੋ ਵੀ ਓਵਰਹੈਡਸ ਨੇ, ਹੋਰ ਇਸ ਤਰ੍ਹਾਂ ਦੀ ਜੋ ਵਨ ਆਫ ਐਕਸਪੈਂਡੀਚਰ ਆ, ਇਹ ਤੁਸੀਂ ਲੋਨ ਲੈ ਕੇ ਜਾਂ ਇਹ ਖਰਚੇ ਜਿਹੜੇ ਸਟੂਡੈਂਟਾਂ ਦੀ ਫੀਸ ਦੇ ਉੱਤੇ ਨਹੀਂ ਐਡ ਕਰ ਸਕਦੇ ਇਹੋ ਜੀ। ਅਤੇ ਇਹ ਤਾਂ ਹਾਂ ਜਾਂ ਤਾਂ ਬਿਜ਼ਨਸ ਮਾਡਲ ਹੋਵੇ ਉਹ ਅਲੱਗ ਚੀਜ਼ ਹੈ। ਇਹ ਤਾਂ ਇੱਕ ਚੈਰਿਟੀ ਦਾ ਇੱਕ ਧਾਰਮਿਕ ਏਜੰਡਾ ਹੈ ਜੀ, ਧਾਰਮਿਕ ਏਜੰਡਾ ਹੈ ਜੋ ਸੰਤਾਂ ਮਹਾਂਪੁਰਖਾਂ ਦਾ ਏਜੰਡਾ ਹੈ, ਜੋ ਕਿ ਗੁਰਮਤਿ ਦੇ ਪ੍ਰਚਾਰ ਦਾ ਏਜੰਡਾ ਹੈ, ਪੰਜਾਬ ਨੂੰ ਬਚਾਉਣ ਦਾ ਏਜੰਡਾ ਹੈ। ਸੋ ਸਾਡਾ ਜਿੰਨਾ ਵੀ ਦਸਵੰਧ ਅਸੀਂ ਆਪਣਾ ਬਣਦਾ ਹੈ ਉਹਦੇ ਵਿੱਚੋਂ ਅਸੀਂ ਕੋਈ ਨਾ ਕੋਈ ਹਿੱਸਾ ਇਹਦੇ ਵਿੱਚ ਐਜ਼ ਏ ਪ੍ਰਾਇਓਰਟੀ ਉਹਨੂੰ ਸਾਈਡ 'ਤੇ ਰੱਖੀਏ ਜੀ। ਅਤੇ ਜਦੋਂ ਵੀ ਕੋਈ ਇੱਦਾਂ ਦਾ ਮੌਕਾ ਆਵੇ, ਜਿਸ ਤਰ੍ਹਾਂ ਹੁਣ ਅਸੀਂ ਆਪਣਾ ਸਮਝ ਲਓ ਜਿਹੜੇ ਰੂਟੀਨ ਸਾਡੇ ਪ੍ਰੋਗਰਾਮ ਹੈ ਕਿ ਬੱਚਿਆਂ ਦੀ ਬਹੁਤ ਗਿਣਤੀ ਹੈ ਪਿੰਡਾਂ ਦੇ ਵਿੱਚ ਜਿਨ੍ਹਾਂ ਦੀ ਇਨਕਮ ਨਹੀਂ ਹੈਗੀ ਕਿ ਜੋ ਐਜੂਕੇਸ਼ਨ ਸਟੈਂਡਰਡ ਹੈ ਕਲਗੀਧਰ ਟਰੱਸਟ ਦਾ ਜੀ, ਇੰਟਰਨੈਸ਼ਨਲ ਇੰਗਲਿਸ਼ ਮੀਡੀਅਮ ਸਟੈਂਡਰਡ ਹੈ,
ਨਾਲ ਗੁਰਮਤਿ ਦਾ ਪੂਰਾ ਏਜੰਡਾ ਹੈ ਕਿ ਆਪਣਾ ਨਿਤਨੇਮ ਜ਼ਰੂਰ ਕਰਨਾ, ਸਿੱਖੀ ਸਰੂਪ 'ਚ ਰਹਿਣਾ ਕੰਪਲਸਰੀ ਹੈ। ਸੋ ਇਸ ਏਜੰਡੇ ਦੇ ਵਿੱਚ ਖਰਚਾ ਤਾਂ ਆਉਂਦਾ ਹੀ ਆ, ਅਤੇ ਉਹ ਖਰਚਾ ਪਿੰਡਾਂ ਦੇ ਬੱਚੇ ਨਹੀਂ ਅਫੋਰਡ ਨਹੀਂ ਕਰ ਸਕਦੇ ਫੈਮਲੀਜ਼। ਬਿਲਕੁਲ। ਸੋ ਅਸੀਂ ਇੱਕ ਆਰਗੇਨਾਈਜੇਸ਼ਨ ਨੂੰ ਬਲੇਮ ਨਾ ਕਰੀਏ, ਉਹਦੇ 'ਤੇ ਸਾਰਾ ਬੋਝ ਨਾ ਪਾਈਏ, ਕਿਉਂਕਿ ਬਾਬਾ ਜੀ ਉਹਨਾਂ ਦਾ ਤਾਂ ਇਹੋ ਟਾਰਗੇਟ ਹੀ ਸੀ ਕਿ ਵੀ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਆ ਜਾਣ ਇਸ ਸੈਟਅਪ ਦੇ ਵਿੱਚ, ਉਨਾ ਹੀ ਪੰਜਾਬ ਲਈ ਵਧੀਆ, ਉਨਾ ਸਿੱਖੀ ਲਈ ਵਧੀਆ। ਸੋ ਅਸੀਂ ਆਰਗੇਨਾਈਜੇਸ਼ਨ ਦੇ ਨਾਲ ਰਲ ਕੇ ਅਸੀਂ ਇੱਕ ਬੱਚੇ ਦੀ ਜ਼ਰੂਰ ਜ਼ਿੰਮੇਵਾਰੀ ਲਈਏ ਜੀ। ਜਦੋਂ ਵੀ ਇੰਡੀਆ ਜਾਈਏ ਉਸ ਬੱਚੇ ਨੂੰ ਮਿਲੀਏ, ਉਸ ਪਰਿਵਾਰ ਨੂੰ ਮਿਲੀਏ, ਸਕੂਲ ਦੇ ਪ੍ਰਿੰਸੀਪਲ ਨੂੰ ਮਿਲੀਏ। ਅਤੇ ਬੜੇ ਪਰਿਵਾਰਾਂ ਨੇ 5-5, 10-10 ਬੱਚੇ ਵੀ ਸਪੋਂਸਰ ਕੀਤੇ ਨੇ। ਸੋ ਅਸੀਂ ਅਪੀਲ ਫਿਰ ਦੁਬਾਰਾ ਕਰਾਂਗੇ ਵੀ ਜੋ ਗੁਰੂ ਘਰ ਨੇ UK ਦੇ ਵਿੱਚ, ਜੀ ਠੀਕ ਹੈ, ਗੁਰੂ ਘਰਾਂ ਦਾ ਆਪਣਾ ਆਪਣਾ ਕਨਸਟੀਟਿਊਸ਼ਨ ਹੁੰਦਾ, ਆਪਣਾ ਆਪਣਾ ਏਜੰਡਾ ਹੁੰਦਾ ਕਿ ਭਾਈ ਅਸੀਂ ਜਿਹੜੀ ਆਪਣੀ ਲੋਕਲ ਸੰਗਤ ਹੈ ਜੀ, ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹਨਾਂ ਵਾਸਤੇ ਕਰਨਾ। ਪਰ ਜਿਹੜਾ ਪੰਥਕ ਸਾਡਾ ਰਿਲੇਸ਼ਨ ਹੈ ਉਹ ਅਸੀਂ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜੇ ਇੱਕ ਇੰਡੀਵਿਜੂਅਲ ਨੂੰ ਦਸਵੰਧ ਕੱਢਣਾ ਪੰਥ ਦੇ ਨਾਲ ਜੁੜਨ ਵਾਸਤੇ, ਇਸੇ ਤਰ੍ਹਾਂ ਹਰ ਇੱਕ ਆਰਗੇਨਾਈਜੇਸ਼ਨ ਨੂੰ ਵੀ ਆਪਣਾ ਘੱਟੋ ਘੱਟ ਦਸਵੰਧ ਆਊਟ ਆਫ ਦਾ ਆਰਗੇਨਾਈਜੇਸ਼ਨ ਜਿਹੜੇ ਆਬਜੈਕਟਿਵਜ਼ ਹੈ, ਆਊਟ ਆਫ ਦਾ ਆਰਗੇਨਾਈਜੇਸ਼ਨ ਜਿਹੜੀ ਲੋਕਲ ਬਾਉਂਡਰੀਜ਼ ਹੈ ਉਹਨਾਂ ਤੋਂ ਬਾਹਰ ਪੰਥਕ ਕਾਰਜਾਂ ਦੇ ਵਿੱਚ ਲਾਓ, ਤਾਂ ਕਿ ਜਿਹੜੀ ਕਨੈਕਟੀਵਿਟੀ ਹੈ ਵਧੇ। ਜੀ। ਕਿਉਂਕਿ ਜੋ ਵੀ ਹੁਣ ਆਪਣੇ ਹੰਸਲੋ ਐਲਿਸਵੇ ਜਿਹੜੇ ਗੁਰਦੁਆਰਾ ਸਿੰਘ ਸਭਾ ਉਹਨਾਂ ਨੇ 10 ਬੱਚੇ ਸਪੋਂਸਰ ਕੀਤੇ ਹੋਏ ਨੇ ਜੀ। ਹੁਣ 10 ਬੱਚਿਆਂ ਦਾ ਉਹਨਾਂ ਨੂੰ ਅਪਡੇਟ ਆਉਂਦਾ, ਉੱਥੇ ਪੂਰੀ ਸੰਗਤ ਦੇ ਵਿੱਚ ਵੀ ਸਾਰਿਆਂ ਨੂੰ ਅਵੇਅਰਨੈਸ ਹੈ ਜੀ। ਸੋ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਬਾਕੀ ਗੁਰੂ ਘਰ ਵੀ ਇਸ ਮਾਡਲ ਨੂੰ ਫੋਲੋ ਕਰਨ ਜੀ, ਤਾਂ ਕਿ ਕਲਗੀਧਰ ਟਰੱਸਟ ਆਪਣੇ 500 ਸਕੂਲਾਂ ਦੇ ਟਾਰਗੇਟ 'ਤੇ ਪਹੁੰਚ ਜਾਵੇ, ਉਹਨੂੰ ਸਰਵਾਈਵ ਕਰ ਸਕੇ, ਉਹਨੂੰ ਹੋਰ ਸਟਰੈਂਗਥਨ ਕਰ ਸਕੇ, ਅਤੇ ਸਾਡਾ ਪੰਜਾਬ 'ਚ ਕੋਈ ਵੀ ਐਸਾ ਬੱਚਾ ਨਾ ਰਹੇ ਕਿ ਜਿਹੜਾ ਕਿ ਇਸ ਗੁਰਮਤ ਬੇਸਡ ਵੈਲਿਊ ਬੇਸਡ ਐਜੂਕੇਸ਼ਨ ਤੋਂ ਵਾਂਝਾ ਰਹਿ ਜਾਏ। ਜੀ ਜੀ ਬਿਲਕੁਲ। ਅਟਵਾਲ ਸਾਹਿਬ, ਜਿਸ ਤਰ੍ਹਾਂ ਇੱਕ ਗੱਲ ਮੇਰੇ ਮਾਈਂਡ ਵਿੱਚ ਆ ਰਹੀ ਸੀਗੀ, ਜਿੱਥੇ ਚਲੋ ਇਹ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਪ੍ਰਿੰਸੀਪਲਸ ਜਿਹੜੇ ਹੈਗੇ ਨੇ ਉਹਨਾਂ ਨੂੰ ਫੋਰਫਰੰਟ 'ਤੇ ਰੱਖਿਆ ਗਿਆ ਇਹਨਾਂ ਅਦਾਰਿਆਂ ਦੇ ਵਿੱਚ, ਕਲਗੀਧਰ ਟਰੱਸਟ ਦੇ ਵਿੱਚ। ਜੇ ਅਸੀਂ ਦੂਜੇ ਪਾਸੇ ਦੇਖੀਏ ਤਾਂ ਇਹ ਪੰਜਾਬ ਨਾਲ ਪਿਆਰ ਵੀ ਹੈ, ਬਿਲਕੁਲ, ਇਹ ਬੱਚਿਆਂ ਨਾਲ ਪਿਆਰ ਵੀ ਹੈ, ਉਹਨਾਂ ਦੀ ਇੱਕ ਕਹਿ ਲਓ ਵੀ ਕਿਸੇ ਨੂੰ ਜ਼ਰੂਰਤ ਦੇ ਵਿੱਚ ਦੇਖਣਾ, ਜਾਂ ਅਗਰ ਕਿਸੇ ਦਾ ਫਿਊਚਰ ਧੁੰਦਲਾ ਦਿਖ ਰਿਹਾ, ਹਨੇਰਾ ਦਿਖ ਰਿਹਾ, ਉਹਨੂੰ ਉਹਦੇ ਫਿਊਚਰ ਦੇ ਵਿੱਚ ਰੋਸ਼ਨੀ ਪਾਉਣ ਵਾਲੀ ਵੀ ਗੱਲ ਹੈ। ਜੇ ਅਸੀਂ ਹੋਰ ਐਲੀਮੈਂਟ ਅਸੀਂ ਦੇਖ ਲਈਏ ਤਾਂ ਕਿਆ ਇਹ ਐਜੂਕੇਸ਼ਨਲ ਰੈਵੋਲੂਸ਼ਨ ਨਹੀਂ ਹੈ ਕਿ ਜਿਹੜੀ ਐਜੂਕੇਸ਼ਨ, ਇੱਕ ਤਾਂ ਇਕੱਲੀ ਐਜੂਕੇਸ਼ਨ ਨੂੰ ਹਾਈ ਕੁਆਲਿਟੀ ਜਿਹੜੀ ਹੈ ਬਣਾਉਣਾ ਤਾਂ ਕਿ ਉਹ ਇੰਟਰਨੈਸ਼ਨਲੀ ਉਸ ਚੀਜ਼ ਨਾਲ ਕੰਪੀਟ ਕੀਤਾ ਜਾ ਸਕੇ, ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਇਕਵਿਪਮੈਂਟਸ ਯੂਜ਼ ਕੀਤੀਆਂ ਜਾ ਸਕਣ ਤਾਂ ਕਿ ਉਹ ਚੀਜ਼ ਉਸ ਲੈਵਲ ਦੀ ਪੜ੍ਹਾਈ ਜਾ ਸਕੇ, ਅਤੇ ਨਾਲ ਜਿਹੜੀ ਚੀਜ਼ ਐਜੂਕੇਸ਼ਨ ਦੇ ਵਿੱਚ ਲੰਮੇ ਸਮੇਂ ਤੋਂ ਹੈ ਹੀ ਮਿਸਿੰਗ ਹੈ, ਵੈਲਿਊਜ਼ ਹੈ ਨਾ ਜੀ, ਉਹਦੀ ਕੋਟਿੰਗ ਕਰਨੀ ਆ। ਸੋ ਜੇ ਅਸੀਂ ਇਹਨਾਂ ਐਂਗਲਸ ਤੋਂ ਦੇਖੀਏ, ਕਿਆ ਇਹ ਬੱਚਿਆਂ ਦੇ ਨਾਲ, ਬੱਚਿਆਂ ਦੇ ਫਿਊਚਰ ਦੇ ਨਾਲ, ਕਿਆ ਇਹ ਹਮਦਰਦੀ, ਇਹ ਪਿਆਰ, ਇਹ ਪੰਜਾਬ ਦੀ ਜੇ ਕਹਿ ਲਈਏ ਅਸੀਂ ਤਾਂ ਉਹਨਾਂ ਦੇ ਨਾਲ ਇਹ ਐਂਗਲ ਵੀ ਤਾਂ ਨਾਲ ਜੁੜਦੇ ਆ ਨਾ ਸਾਰੇ ਕਲਗੀਧਰ ਟਰੱਸਟ ਦੇ। ਵਾਕਿਆ ਜੀ ਇਹ ਸਾਰਾ ਕੁਝ ਇੰਟਰਕਨੈਕਟਡ ਹੈ। ਕਹਿੰਦੇ ਹੁੰਦੇ ਕਿ ਸੋ ਕਤ ਜਾਣੇ ਪੀਰ ਪੜਾਈ ਜਾ ਕੇ ਅੰਤਰ ਦਰਦ ਨਾ ਪਾਈ, ਜਿਹੜਾ ਆਪਣੇ ਅੰਦਰ ਕਿਸੇ ਦਾ ਵੀ ਦਰਦ ਹੋਣਾ, ਕਿਉਂਕਿ ਗੁਰਬਾਣੀ ਦਾ ਇਹੀ ਫਰਮਾਨ ਹੈ ਕਿ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜੀ। ਆਪਣੇ ਆਪ ਨੂੰ ਜਦੋਂ ਵੀ ਤੁਹਾਨੂੰ, ਹੁਣ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਦੇਖੀਦਾ, ਆਪਣੇ ਆਪ ਨੂੰ ਉਹਨਾਂ ਦੇ ਫੁੱਟ ਸਟੈਪ 'ਚ ਖੜੇ ਕਰਕੇ ਫਿਰ ਸੋਚੋ ਕਿ ਉਹਨਾਂ ਦੀ ਕੀ ਲੋੜ ਹੈ। ਜੀ। ਫਿਰ ਤੁਸੀਂ ਇਹ ਬਹੁਤ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਕਿ ਇਹ ਜਿਹੜੀ ਕਨੈਕਟੀਵਿਟੀ ਹੈ ਨਾ, ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਜੀ। ਵੀ ਅਸੀਂ ਚਲੋ ਹੁਣ ਵਧੀਆ ਕੰਟਰੀ 'ਚ ਸਾਰਾ ਕੁਝ ਹੈ, ਸਾਨੂੰ ਕੀ ਹੈ ਕਿ ਅਸੀਂ ਕੀ ਲੈਣਾ ਇਹਨਾਂ ਤੋਂ, ਪਰ ਇਹ ਬਹੁਤ ਵੱਡਾ ਇੱਕ ਜੇ ਤੁਸੀਂ ਕਿਸੇ ਨੂੰ ਇੱਕ ਮਿੰਟ ਲਈ ਵੀ ਮਿਲਦੇ ਹੋ ਨਾ, ਇਹਦਾ ਮਤਲਬ ਉਹ ਕੋਈ ਇਸ਼ਾਰਾ ਹੈ, ਪਰਮਾਤਮਾ ਤੁਹਾਨੂੰ ਦੇਖਣਾ ਚਾਹੁੰਦਾ ਕਿ ਇਹਦਾ ਕੀ ਰਿਐਕਸ਼ਨ ਹੈ, ਕੀ ਆਪਸ 'ਚ ਕਨੈਕਟ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਹੀ ਹੈ ਸੰਗਤ। ਜੀ। ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਫਿਰ ਤਾਂ ਹੀ ਬਣਦੀ ਹੈ ਨਾ, ਜਦੋਂ ਤੁਸੀਂ ਇੱਕ ਦੂਸਰੇ ਦੇ ਦਰਦ ਹੀ ਨਹੀਂ ਸਮਝਣਾ, ਤੇ ਉਹ ਫਿਰ ਕਾਹਦੀ ਸੰਗਤ ਹੈ ਨਾ, ਫਿਰ ਕਾਹਦਾ ਪਿਆਰ। ਜੀ। ਹੁਣ ਵਾਕਿਆ ਹੀ ਮੈਂ ਤੇ ਉਹ ਬੱਚੇ, ਹੁਣ ਦੇਖੋ ਜਿਹੜਾ ਸੰਗਤਾਂ ਦਾ ਫਿਰ ਬਹੁਤ ਮੈਂ ਧੰਨਵਾਦ ਕਰਦਾ, ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿੰਨੇ ਵੀ ਬੱਚੇ UK ਤੋਂ ਸਪੋਂਸਰ ਹੋਏ ਨੇ। ਜੀ। ਜਦੋਂ ਤੁਸੀਂ ਬੱਚੇ ਦੀ ਸ਼ਕਲ ਦੇਖ ਲੈਂਦੇ ਆ, ਹੁਣ ਜਿਸ ਤਰ੍ਹਾਂ TV 'ਤੇ ਵੀ ਸਾਡੀ ਅਪੀਲ ਚੱਲਦੀ ਹੈ, ਜਦੋਂ ਤੁਸੀਂ ਉਹ ਬੱਚਾ ਦਿਖਾਉਂਦੇ ਆ, ਬੱਚਿਆਂ ਦੇ ਦਿਖਾਉਂਦੇ ਆ ਵੀ ਉਹਨਾਂ ਦੀ ਪੇਰੈਂਟਸ ਦੀ ਕੀ ਇਨਕਮ ਹੈ, ਕੀ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਹੈ,
ਕਿ ਉਹ ਫੀਸ ਨਹੀਂ ਦੇ ਸਕਦੇ, ਇਸ ਕਰਕੇ ਬੱਚਾ ਸਕੂਲੇ ਨਹੀਂ ਜਾ ਰਿਹਾ। ਸੋ ਮੈਂ ਜੋ ਯੂਕੇ ਦੀ ਸੰਗਤ ਨੇ ਇਹਨੂੰ ਬੜਾ ਭਰਮਾ ਹੁੰਗਾਰਾ ਦਿੱਤਾ। ਜਿੰਨੇ ਵੀ ਬੱਚੇ ਸਪਾਂਸਰ ਕੀਤੇ ਉਹਨਾਂ ਦੇ ਵਿੱਚੋਂ ਕਿਸੇ ਦੀ ਕੋਈ ਇਨਕਮ, ਕਿਸੇ ਦਾ ਜੌਬ ਛੁੱਟ ਜਾਏ, ਕੋਈ ਫਾਈਨੈਂਸ਼ੀਅਲ ਕ੍ਰਾਈਸਿਸ, ਬਹੁਤ ਰੇਅਰ ਚਾਂਸ ਹੈ ਕਿ ਉਹ ਬੱਚੇ ਦੀ ਉਹਦਾ ਸਟੈਂਡਿੰਗ ਆਰਡਰ ਕੈਂਸਲ ਹੁੰਦਾ ਹੋਏਗਾ ਜੀ। ਉਹ ਇਸ ਤਰ੍ਹਾਂ ਕਿ ਅਸੀਂ ਕੋਸ਼ਿਸ਼ ਵੀ ਇਹ ਕੀਤੀ ਹੈ ਕਿ ਜਿਹੜਾ ਬੱਚਾ ਉਹ ਫੈਮਿਲੀ ਦੇ ਨਾਲ ਕਨੈਕਟ ਹੋ ਜਾਏ। ਫੈਮਿਲੀ ਨੂੰ ਪਤਾ ਬੱਚਾ ਕਿਹੜੇ ਪਿੰਡ ਦਾ, ਕਿਹੜੇ ਸਕੂਲ 'ਚ ਪੜ੍ਹਦਾ, ਕਦੀ ਵੀ ਮਿਲ ਸਕਦੇ ਨੇ, ਉਹਦੀ ਪ੍ਰੋਗਰੈਸ ਰਿਪੋਰਟ ਆਉਂਦੀ ਆ। ਜਿਹੜਾ ਉਹ ਰਿਲੇਸ਼ਨ ਆਪਸ 'ਚ ਕਨੈਕਟੀਵਿਟੀ ਹੈ ਨਾ, ਮੈਂ ਕਹਿੰਦਾ ਉਹ ਵੀ ਇੱਕ ਬਹੁਤ ਹੀ ਵੱਡਾ ਸੰਗਤ ਦਾ ਰੂਪ ਹੈ। ਬਿਲਕੁਲ ਜੀ। ਉਸ ਰੂਟ ਦੇ ਰਾਹੀਂ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ, ਕਿਉਂਕਿ ਤੁਸੀਂ ਆਪਣੇ ਬੱਚੇ ਤੇ ਉਸ ਬੱਚੇ 'ਚ ਫਰਕ ਨਹੀਂ ਕੀਤਾ ਜੀ। ਸੋ ਇਹ ਤਾਂ ਦੇਖੋ ਸਾਡਾ ਜਿਹੜਾ ਸਿੱਖੀ ਵੇ ਆਫ ਲਾਈਫ ਹੈ ਨਾ, ਇਹ ਤਾਂ ਭਰਿਆ ਪਿਆ ਇਸ ਤਰ੍ਹਾਂ ਦੀ ਐਗਜ਼ਾਮਪਲ, ਇਸ ਤਰ੍ਹਾਂ ਦੀ ਵੈਲਿਊਜ਼। ਬਟ ਬੜੀ ਅਨਫੋਰਚੂਨੇਟ ਸਿਚੁਏਸ਼ਨ ਹੈ ਕਿ ਪੰਜਾਬ ਇੰਡੀਆ ਦੇ ਵਿੱਚ ਨੰਬਰ 1 ਸਟੇਟ ਐਜੂਕੇਸ਼ਨ 'ਚ ਹੁਣ ਇਸ ਵੇਲੇ ਨੰਬਰ 12 ਜਾਂ 13 ਹੈ। ਕਿਉਂਕਿ ਉਹ ਜਿਹੜੀ ਸਰਕਾਰਾਂ ਦੀ ਸ਼ਰਾਰਤ ਹੈ ਉਹ ਤਾਂ ਹੈ ਹੀ, ਉਹ ਤਾਂ ਦਿਸਦਾ ਹੀ ਹੈ ਕਿ ਜਿੰਨੇ ਵੀ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚੋਂ ਮੈਂ ਕਹਿੰਦਾ 90% ਤੇ ਬਿਲਕੁਲ ਨਾ ਹੋਏ ਨਾਲ ਦੇ ਨੇ ਜੀ। ਸੋ ਉਹਨਾਂ 'ਚ ਬੱਚੇ ਗਏ ਜਾਂ ਨਾ ਗਏ ਉਹਨਾਂ ਦਾ ਕੀ ਫਰਕ ਪੈਂਦਾ ਜੀ। ਬਿਲਕੁਲ ਜੀ। ਪਰ ਇਹ ਜਿਹੜਾ ਨੈਟਵਰਕ ਹੈ ਕਲਗੀਧਰ ਟਰੱਸਟ ਦਾ, ਇਸ ਵੇਲੇ 6,500 ਪਿੰਡ ਨੂੰ ਕਵਰ ਕਰ ਰਿਹਾ। ਬੱਚੇ 50-50 ਕਿਲੋਮੀਟਰ ਤੋਂ ਟਰੈਵਲ ਕਰਕੇ ਆਉਂਦੇ ਨੇ ਅਕੈਡਮੀਆਂ ਦੇ ਵਿੱਚ। ਪਰ 500 ਜਦੋਂ ਸਕੂਲ ਦਾ ਨੈਟਵਰਕ ਹੋ ਜਾਏਗਾ ਤਾਂ ਫਿਰ ਸਮਝ ਲਓ ਕਿ ਪੰਜਾਬ ਦੀ ਜਿਹੜਾ ਐਜੂਕੇਸ਼ਨ ਮਾਡਲ ਹੈ, ਜਿਹੜਾ ਚਾਹੀਦਾ ਮਾਡਲ, ਉਹ ਉਸ ਨਾਲ ਸੈਚੂਰੇਟ ਹੋ ਜਾਏਗਾ ਤੇ ਨੈਕਸਟ ਜਨਰੇਸ਼ਨ ਬਚ ਜਾਏਗੀ। ਨਹੀਂ ਤਾਂ ਹੁਣ ਜਿਹੜਾ ਡਰੱਗਸ ਦਾ ਗੈਂਗਸਟਰ ਕਲਚਰ ਹੈ, ਕ੍ਰਾਈਮ, ਕਰਪਸ਼ਨ, ਇਨਜਸਟਿਸ, ਇਹ ਦੇਖ ਕੇ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ। ਸੋ ਇਹਨੂੰ ਫਾਈਟ ਕਰਨ ਦਾ ਤਰੀਕਾ ਇੱਕੋ ਹੀ ਇੱਕ ਹੈ ਕਿ ਐਜੂਕੇਸ਼ਨ। ਪੰਜਾਬ ਦੇ ਵਿੱਚ ਤੁਹਾਨੂੰ ਲੱਖਾਂ ਬੱਚੇ ਨੇ ਇਸ ਤਰ੍ਹਾਂ ਦੇ ਜਿਹੜੇ ਨਹੀਂ ਸਕੂਲ ਜਾ ਰਹੇ, ਨਹੀਂ ਉਹਨਾਂ ਨੂੰ ਸਹੀ ਐਜੂਕੇਸ਼ਨ ਮਿਲ ਰਹੀ, ਤੇ ਇਹ ਪੰਜਾਬ ਦੇ ਲਈ ਬਹੁਤ ਹੀ ਘਾਤਕ ਸਿਚੁਏਸ਼ਨ ਹੈ ਇਸ ਵੇਲੇ ਜੀ। ਸੋ ਅਸੀਂ ਆਪਣਾ ਬਣਦਾ ਫਰਜ਼ ਹੈ ਅਸੀਂ ਉਹ ਜ਼ਰੂਰ ਨਿਭਾਈਏ। ਤੇ ਹਰ ਇੱਕ ਪਰਿਵਾਰ ਨੂੰ ਫਿਰ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਬੱਚੇ ਸਪਾਂਸਰ ਕੀਤੇ, ਆਪਣਾ ਐਜੂਕੇਟ ਟੂ ਸੇਵ ਦਾ ਜੋ ਵੈਬਸਾਈਟ ਹੈ ets.com, educate2save.com, www.educate2save.com, ਉੱਥੇ ਜਾ ਕੇ ਤੁਸੀਂ ਐਕਚੁਅਲੀ ਬੱਚੇ ਦੇਖ ਸਕਦੇ ਹੋ ਜਿਹੜੀ ਵੇਟ ਕਰ ਰਹੇ ਤੁਹਾਡੀ ਸਪਾਂਸਰਸ਼ਿਪ ਲਈ ਜੀ। ਤੇ ਉਹਨਾਂ ਤੋਂ ਕੋਈ ਵੀ ਬੱਚਾ ਤੁਸੀਂ ਸਿਲੈਕਟ ਕਰ ਸਕਦੇ ਹੋ ਆਪਣੀ ਲੋਕਲ, ਆਪਣੇ ਪਿੰਡ ਦੇ ਕੋਲ ਜਾਂ ਕੋਈ ਜਿੱਥੇ ਵੀ ਤੁਹਾਡੀ ਕੋਈ ਜਾਣ ਪਛਾਣ ਹੈ, ਜਿੱਥੇ ਵੀ ਤੁਹਾਨੂੰ ਜਾ ਕੇ ਉਹਨਾਂ ਨੂੰ ਮਿਲਣਾ ਈਜ਼ੀ ਹੈ ਜੀ। ਸੋ ਮੈਂ ਤੇ ਉਹ ਸਾਡਾ ਹੁਣ ਦਾ ਐਕਸਪੀਰੀਅੰਸ ਇਹ ਹੈ ਕਿ ਜਦੋਂ ਤੁਸੀਂ ਇੱਕ ਵਾਰ ਬੱਚੇ ਨੂੰ ਦੇਖ ਲੈਂਦੇ ਹੋ ਨਾ, ਤੇ ਕੋਈ ਪੱਥਰ ਦਿਲ, ਕੋਈ ਜ਼ਿਆਦਾ ਹੀ ਕੋਈ ਮਜਬੂਰ ਇਨਸਾਨ ਹੋਊਗਾ ਜਿਹੜਾ ਕਹੂਗਾ ਵੀ ਮੈਂ ਨਹੀਂ ਸਪਾਂਸਰ ਕਰਨਾ ਜੀ। ਤੇ ਅਸੀਂ ਬੱਚੇ ਵੀ ਬੜੇ ਤਰੀਕੇ ਦੇ ਨਾਲ ਸਿਲੈਕਟ ਕੀਤੇ ਜਾਂਦੇ, ਉਹਨਾਂ ਦਾ ਫੈਮਿਲੀ ਦਾ ਸਾਰਾ ਰਿਸੋਰਸਿਸ ਦਾ ਆਡਿਟ ਕਰਕੇ। ਤੇ ਬਾਈ ਚਾਂਸ ਸਾਨੂੰ ਜੇ ਪਤਾ ਵੀ ਲੱਗ ਜਾਏ ਕਿ ਕੋਈ ਮਾੜੀ ਮੋਟੀ ਊਚ ਨੀਚ ਹੋਈ ਹੈ ਤੇ ਉਹ ਬੱਚਾ ਤੁਹਾਡੀ ਸਪਾਂਸਰਸ਼ਿਪ ਅਸੀਂ ਬੱਚਾ ਦੁਬਾਰਾ ਹੋਰ ਐਲੋਕੇਟ ਕਰਾਂਗੇ ਜੀ। ਸੋ ਅਸੀਂ ਹਰ ਇੱਕ ਚੀਜ਼, ਹਰ ਪੱਖੋਂ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਨੂੰ ਸ਼ਿਕਾਇਤ ਨਾ ਆਵੇ ਤੇ ਬਹੁਤ ਹੀ ਵਧੀਆ ਟਰਾਂਸਪੇਰੈਂਸੀ ਹੈ। ਤੇ ਬਾਕੀ ਕਰਾਉਣੇ ਵਾਲਾ ਪਰਮਾਤਮਾ ਹੈ, ਵਾਹਿਗੁਰੂ ਹੈ। ਸੋ ਅਸੀਂ ਆਪਣਾ ਯੋਗਦਾਨ, ਬਣਦਾ ਯੋਗਦਾਨ ਇਹਦੇ ਵਿੱਚ ਸਾਨੂੰ ਜ਼ਰੂਰ ਪਾਉਣਾ ਚਾਹੀਦਾ। ਬਿਲਕੁਲ ਜੀ। ਔਰ ਇੱਕ ਚੀਜ਼ ਹੋਰ ਹੁੰਦੀ ਹੈ ਜੀ ਟਵਾਲ ਸਾਹਿਬ, ਜੇ ਹੁਣ ਕਹਿ ਲਈਏ ਕਿ ਬਿਜ਼ਨਸ ਮਾਡਲ ਹੋਏ ਨਾ ਜੀ, ਜਾਂ ਕਹਿ ਲਓ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਕਹਿ ਲਓ ਵੀ ਅਨਪਿਓਰ ਚੀਜ਼ ਹੁੰਦੀ ਹੈ, ਤਾਂ ਉਹ ਥੋੜ੍ਹੀ ਦੇਰ ਚੱਲਦੀ ਹੁੰਦੀ ਹੈ। ਹਾਂਜੀ, ਉਹ ਫਿਰ ਲੌਂਗ ਲਾਸਟਿੰਗ ਚੀਜ਼ ਨਹੀਂ ਹੁੰਦੀ, ਜਾਂ ਫਿਰ ਉਹਦਾ ਏਜੰਡਾ ਕਲੀਅਰ ਨਹੀਂ ਹੁੰਦਾ, ਜਾਂ ਤੁਹਾਨੂੰ ਉਹਦਾ ਕੋਈ ਏਮ ਕਲੀਅਰ ਨਹੀਂ ਹੁੰਦਾ, ਹੈ ਨਾ ਜੀ। ਕਿਤੇ ਨਾ ਕਿਤੇ ਹੁੰਦੀ ਹੈ। ਪਰ ਜਿੱਥੇ ਚੀਜ਼ਾਂ ਕ੍ਰਿਸਟਲ ਕਲੀਅਰ ਹੋਣ ਔਰ ਨਾਲੇ ਕਲੈਰਿਟੀ ਦਿੱਤੀ ਜਾਂਦੀ ਹੋਵੇ, ਆਈ ਥਿੰਕ ਫਿਰ ਉੱਥੇ ਟਰਸਟ ਨਾ ਕਰਨ ਦੀ ਗੁੰਜਾਇਸ਼ ਘਟ ਜਾਂਦੀ ਹੈ। ਪਰ ਫਿਰ ਵੀ ਚਲੋ, ਕਿਉਂਕਿ ਅੱਜ ਕੱਲ੍ਹ ਦਾ ਜੋ ਸਮਾਂ ਹੈਗਾ ਆ ਉਹਦੇ ਵਿੱਚ ਬਹੁਤ ਚੀਜ਼ਾਂ ਹੋਰ ਵੀ ਚੱਲਦੀਆਂ ਹੈਗੀਆਂ ਨੇ। ਸੋ ਟਰਸਟ ਇਸ਼ੂਜ਼ ਵੀ ਕਈ ਵਾਰ ਸੰਗਤਾਂ ਨੂੰ ਹੁੰਦੀਆਂ, ਪਰ ਉਹ ਉਹਨਾਂ ਨੂੰ ਕਲੀਅਰ ਕਰਨੇ ਚਾਹੀਦੇ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਬੱਚੇ ਦੀ ਪੂਰੀ ਰਿਪੋਰਟ ਆਉਂਦੀ ਹੈ, ਤੁਸੀਂ ਗੁਰਦੁਆਰਾ ਸਾਹਿਬ ਦਾ ਮੈਂਸ਼ਨ ਕੀਤਾ ਕਿ 10 ਬੱਚਿਆਂ ਦੀ ਰਿਪੋਰਟ, ਬਿਲਕੁਲ ਪੂਰੀ ਰਿਪੋਰਟ ਆਉਂਦੀ ਹੈ। ਜਦੋਂ ਬੱਚੇ ਦੀ ਫੈਮਿਲੀ ਹੀ ਆਪਸ 'ਚ ਕਨੈਕਟ ਹੋ ਗਈ, ਆਈ ਥਿੰਕ ਉਹ ਜਿਹੜਾ ਕਹਿੰਦੇ ਹੁੰਦੇ ਨਾ ਜੀ ਮੀਡੀਏਟਰ ਵਾਲਾ ਦਾ ਰੋਲ ਉੱਥੇ ਫਿਨਿਸ਼ ਹੋ ਗਿਆ, ਉੱਥੇ ਉਹ ਡਾਇਰੈਕਟ ਲਿੰਕ ਹੀ ਹੋ ਗਿਆ ਨਾ, ਉਹਦਾ ਤਾਂ ਕੋਈ ਰਿਹਾ ਹੀ ਨਹੀਂ, ਹੈ ਨਾ ਜੀ। ਔਰ ਦੂਸਰੀ ਗੱਲ ਇਹ ਹੈ, ਇਹਦੇ ਵਿੱਚ ਇੱਕ ਬਿਊਟੀ ਮੈਨੂੰ ਇਹ ਵੀ ਲੱਗਦੀ ਹੈ ਜੀ ਕਿ ਦੇਖੋ, ਇੱਕ ਅਨਨੋਨ ਫੈਮਿਲੀ ਦੂਸਰੀ ਅਨਨੋਨ ਫੈਮਿਲੀ ਦੇ ਨਾਲ ਕਨੈਕਟ ਹੁੰਦੀ ਹੈ। ਕਾਹਦੇ ਥਰੂ? ਸੇਵਾ ਦੇ ਥਰੂ। ਕਿਸ ਤਰ੍ਹਾਂ ਦਾ ਰਿਲੇਸ਼ਨ ਬਣਿਆ ਦੇਖੋ, ਹੈ ਨਾ। ਕਿਸੇ ਹੋਰ ਦੇ ਬੱਚੇ ਨੂੰ ਅਪਣਾ ਲੈਣਾ, ਔਰ ਬੱਚਾ ਚਾਹੇ ਕਿਸੇ ਦਾ ਵੀ ਹੋਵੇ, ਜਦੋਂ ਤੁਸੀਂ ਕਿਸੇ ਦੇ ਬੱਚੇ ਦੇ ਸਪਾਂਸਰ ਕਰਦੇ ਹੋ ਨਾ ਜੀ, ਉਹ ਬੱਚੇ ਨੂੰ ਤੁਸੀਂ ਜਦੋਂ ਸਪਾਂਸਰਸ਼ਿਪ ਕਰਨੀ ਆ, ਤੁਹਾਨੂੰ ਬੱਚਾ ਆਟੋਮੈਟਿਕਲੀ ਆਪਣਾ ਹੀ ਲੱਗਣ ਲੱਗ ਜਾਣਾ। ਸੋ ਅਸੀਂ ਜੀ ਅਟਵਾਲ ਸਾਹਿਬ
ਇਸ ਐਪੀਸੋਡ ਦੇ ਨੀਅਰਲੀ ਅੰਤ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਮੈਂ ਚਾਹਾਂਗਾ ਕਿ ਅੰਤ ਦੇ ਵਿੱਚ ਤੁਸੀਂ 2 ਲਫ਼ਜ਼ਾਂ ਦੇ ਨਾਲ ਜੋ ਵੀ ਤੁਸੀਂ ਸੰਗਤਾਂ ਨੂੰ ਅਪੀਲ ਕਰਨੀ ਚਾਹੋ ਤਾਂ ਤੁਸੀਂ ਕਰ ਸਕਦੇ ਹੋ। ਸੋ ਅੱਜ ਦਾ ਐਪੀਸੋਡ ਫਿਰ ਅਸੀਂ ਰੈਪ ਅਪ ਕਰਾਂਗੇ। ਚਲੋ ਅੱਜ ਦਾ ਐਪੀਸੋਡ ਅਸੀਂ ਇसी ਨੋਟ ਤੇ ਖਤਮ ਕਰਦੇ ਹਾਂ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਜੀ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹਦੇ 'ਚੋਂ ਹੁਣ ਜੇ ਅਸੀਂ ਮੈਸੇਜ ਲੈਣਾ ਨਾ ਤਾਂ ਪੰਜਾਬ ਦਾ ਇੱਕ ਵੀ ਬੱਚਾ ਸਕੂਲ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਜੀ। ਦੇਖੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਿਰਫ 42 ਸਾਲ ਦੀ ਉਮਰ ਤੋਂ 42 ਸਾਲ ਦੀ ਉਮਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਵੀ ਮਤਲਬ ਇਸ ਤਰ੍ਹਾਂ ਦਾ ਸਮਾਂ ਹੋਏਗਾ ਜਿਹਦੇ 'ਚ ਉਹਨਾਂ ਦੇ ਉੱਤੇ ਕੋਈ ਐਡਾ ਬੜਾ ਰਿਸਪੌਂਸਿਬਿਲਿਟੀ ਦਾ ਬੋਝ ਨਾ ਹੋਵੇ। ਅਤੇ ਕਿਆ ਉਹਨਾਂ ਦੇ ਲੈਸਨ, ਕਿਆ ਉਹਨਾਂ ਦੀ ਕੁਰਬਾਨੀ ਮੈਂ ਕਹਿੰਦਾ ਅਸੀਂ ਉਹਨਾਂ ਦੀ ਕੁਰਬਾਨੀ ਦੇ ਉੱਤੇ ਉਹਨਾਂ ਨੂੰ ਜੋ ਜਸਟਿਸ ਦੇਣਾ ਚਾਹੀਦਾ, ਜੋ ਸਾਡੇ ਵੱਲੋਂ ਕੰਟਰੀਬਿਊਸ਼ਨ ਚਾਹੀਦੀ ਹੈ, ਉਹ ਅਸੀਂ ਨਹੀਂ ਕੀਤੀ। ਅਸੀਂ ਮਾਇਆ ਪਿੱਛੇ ਦੌੜੇ ਹਾਂ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਮਾਇਆ ਪਿੱਛੇ ਦੌੜੇ ਵੀ ਇਸ ਤਰ੍ਹਾਂ ਹੈ ਕਿ ਅਸੀਂ ਸਾਡੀ ਆਪਣੇ ਜਿਹੜੀ ਜਨਮ ਭੂਮੀ ਹੈ ਪੰਜਾਬ, ਅੱਗੇ ਤੋਂ ਤਾਂ ਹੁਣ ਜਨਰੇਸ਼ਨ ਹੀ ਚੇਂਜ ਹੋ ਗਈ, ਅਸੀਂ ਉਸ ਪਾਸੇ ਨਹੀਂ ਸੋਚਿਆ ਅਤੇ ਅੱਜ ਅਸੀਂ ਉਸ ਚੀਜ਼ ਦਾ ਖਮਿਆਜਾ ਭੋਗ ਰਹੇ ਹਾਂ। ਬਾਕੀ ਚਲੋ ਵਾਹਿਗੁਰੂ ਦੇ ਘਰ ਕੋਈ ਮੈਂ ਦੇਖਿਆ ਕਿ ਜਦੋਂ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਨਾ, ਇੱਕ ਤਿਲ ਜਿੰਨਾ ਵੀ ਇੱਧਰ ਉੱਧਰ ਨਹੀਂ ਹੁੰਦਾ ਜੀ। ਕਹਾਣੀ ਸਾਰੀ ਕਰਮਾਂ ਦੀ ਹੈ ਜੀ। ਅਤੇ ਸਾਨੂੰ ਸਮਝ ਵੀ ਉਦੋਂ ਹੁੰਦੀ ਹੈ ਕਿ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਸਾਨੂੰ ਸਮਝ ਜਦੋਂ ਉੱਥੇ ਪਹੁੰਚ ਜਾਂਦੇ ਨਾ ਐਂਡ 'ਤੇ ਜਾ ਕੇ ਵੀ ਧਰਮ ਰਾਏ ਜਦੋਂ ਲੇਖਾ ਪਾੜ ਕੇ ਲਓ ਜੀ ਤੁਹਾਡਾ ਹਿਸਾਬ ਹੁਣ ਖਤਮ ਹੈ ਅਤੇ ਅੱਜ ਤੋਂ ਤੁਹਾਡੀ ਮੁਕਤੀ ਹੈ, ਫਿਰ ਪਤਾ ਲੱਗਦਾ ਵੀ ਕਿੱਥੇ ਅਸੀਂ ਘੁੰਮਦੇ ਰਹੇ, ਕੀ ਅਸੀਂ ਗਲਤੀਆਂ ਕਰਦੇ ਰਹੇ, ਕਿੱਧਰ ਅਸੀਂ ਫਸੇ ਰਹੇ। ਸੋ ਬਸ ਇਹ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਥੋੜ੍ਹਾ ਜਿਹਾ ਟਾਈਮ ਕੱਢ ਕੇ ਇਸ ਸੰਸਥਾ ਬਾਰੇ ਵੈਬਸਾਈਟ 'ਤੇ ਜਾ ਕੇ, ਵੈਸੇ ਹੀ ਕਈ ਵਾਰੀ ਬੱਚਿਆਂ ਦਾ ਤੁਸੀਂ ਹਿਸਟਰੀ ਥੋੜ੍ਹਾ ਟਾਈਮ ਲਾਓ, ਉੱਤੇ ਕੋਈ ਕੁਐਸਚਨ ਹੈ ਸਾਡੇ ਜੋ ਵੀ ਸਕਰੀਨ 'ਤੇ ਕੰਟੈਕਟ ਨੰਬਰ ਆ ਰਹੇ ਨੇ ਤੁਹਾਨੂੰ ਉਹਨਾਂ ਦੇ ਉੱਤੇ ਫ਼ੋਨ ਕਰਕੇ ਆਪਣੀ ਕੋਈ ਵੀ ਡਾਊਟ ਹੈ ਉਹਨੂੰ ਦੂਰ ਕਰੋ, ਪਰ ਇਹਦੇ 'ਚ ਡਿਲੇ ਨਾ ਕਰੋ ਕਿਉਂਕਿ ਇਹ ਜਿਹੜੀ ਡਿਲੇ ਆ ਨਾ ਇਹ ਸਾਡੇ ਆਪਣੇ ਜੋ ਇਸ ਜੀਵਨ ਦਾ ਮੰਤਵ ਹੈ ਉਹਦੇ ਵਾਸਤੇ ਹੀ ਘਾਤਕ ਹੈ। ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਇਹ ਅਪੀਲ ਚੱਲ ਰਹੀ ਹੈ ਇਹਨਾਂ ਬੱਚਿਆਂ ਦੀ ਆਹ ਸਟੋਰੀ ਹੈ ਤਾਂ ਫਿਰ ਕਿਸੇ ਵੀ ਸਿੱਖ ਦੇ ਲਈ ਇਸ ਤੋਂ ਬਾਹਰ ਬੈਠੇ ਰਹਿਣਾ ਮੈਂ ਕਹਿੰਦਾ ਇਹਦਾ ਹਿਸਾਬ ਕਿਤਾਬ ਦੇਣਾ ਸਾਨੂੰ ਵੀ ਮੁਸ਼ਕਿਲ ਹੋ ਜਾਏਗਾ, ਹਰ ਇੱਕ ਨੂੰ ਮੁਸ਼ਕਿਲ ਹੋ ਜਾਏਗਾ ਕਿ ਸਾਡੇ ਗੁਰੂਆਂ ਦੀ ਕੁਰਬਾਨੀ ਹੀ ਐਡੀ ਵੱਡੀ ਹੈ ਕਿ ਅਸੀਂ ਤਾਂ ਜਿੰਨਾ ਵੀ ਉਹਦੇ ਤਾਂ ਸਤਿਕਾਰ ਕਰ ਸਕੀਏ, ਜਿੰਨਾ ਵੀ ਮਾਣ ਕਰ ਸਕੀਏ ਉਨਾ ਹੀ ਘੱਟ ਹੈ। ਜੀ ਬਿਲਕੁਲ ਜੀ, ਟਵਾਲ ਸਾਹਿਬ ਬਹੁਤ ਖੂਬ। ਮੈਨੂੰ ਉਮੀਦ ਹੈ ਜੀ ਕਿ ਸਾਡੇ ਅੱਜ ਦੇ ਐਪੀਸੋਡ ਦੇ ਨਾਲ ਸਾਡੇ ਜੋ ਸਰੋਤੇ ਆ, ਆਡੀਅנס ਹੈਗੇ ਆ, ਕਾਫੀ ਹੱਦ ਤੱਕ ਸਹਿਮਤ ਹੋਣਗੇ। ਅਤੇ ਮੈਂ ਨਾਲ ਹੀ ਉਮੀਦ ਕਰਦਾ ਦੋਸਤੋ ਕਿ ਜਿਸ ਤਰ੍ਹਾਂ ਕਿ ਫਲੱਡ ਰਿਲੀਫ ਦੀ ਸੀਰੀਜ਼ ਸਾਡੀ ਚੱਲ ਰਹੀ ਹੈਗੀ ਹੈ, ਸਾਡੀ ਅਪੀਲ ਚੱਲ ਰਹੀ ਹੈਗੀ ਹੈ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਰਿਲੇਟਿਡ, ਉਹਦੇ ਵਿੱਚ ਮੈਂ ਚਾਹਾਂਗਾ ਕਿ ਅੱਜ ਦਾ ਐਪੀਸੋਡ ਟਵਾਲ ਸਾਹਿਬ ਅਸੀਂ ਕੀਤਾ, ਅਗਲੇ ਐਪੀਸੋਡ ਅਸੀਂ ਬੈਕ ਟੂ ਨੋਰਮਲ ਹੋਵਾਂਗੇ ਕਿਉਂਕਿ ਅਸੀਂ ਸਪੈਸ਼ਲੀ ਇਨਕੋਰਪੋਰੇਟ ਕੀਤੇ ਸੀ, ਇਹ ਪ੍ਰੋਡਿਊਸ ਕੀਤੇ ਸੀ ਕਲਗੀਧਰ ਟਰੱਸਟ ਦੇ ਫਲੱਡ ਰਿਲੀਫ ਨੂੰ ਮੁੱਖ ਰੱਖਦੇ ਹੋਏ। ਸੋ ਅੱਗੇ ਦੇ ਐਪੀਸੋਡ ਜਿਹੜੇ ਸਾਡੇ ਹੋਣਗੇ ਨੋਰਮਲ ਹੋਣਗੇ, ਪਰ ਅਸੀਂ ਅਪਡੇਟ ਜ਼ਰੂਰ ਲੈ ਕੇ ਆਵਾਂਗੇ, ਵਿੱਚ ਅਸੀਂ ਅਪਡੇਟ ਦੇਵਾਂਗੇ ਕਿ ਫਲੱਡ ਰਿਲੀਫ ਦਾ ਕੰਮ ਕਾਜ ਕਿੱਥੇ ਤੱਕ ਪਹੁੰਚਿਆ ਹੈਗਾ ਹੈ ਜੀ। ਸੋ ਉਮੀਦ ਹੈ ਤੁਹਾਨੂੰ ਅੱਜ ਦਾ ਐਪੀਸੋਡ ਸਾਡਾ ਪਸੰਦ ਆਇਆ ਹੋਵੇਗਾ। ਦੋਸਤੋ ਗੱਲ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਹੈਗੀ ਹੈ, ਬੱਚਿਆਂ ਦਾ ਭਵਿੱਖ ਸਵਰੇਗਾ, ਫੈਮਿਲੀ ਦਾ ਭਵਿੱਖ ਜੋ ਹੈ ਉਹ ਉਜਵਲ ਹੋਏਗਾ, ਉਹਦੇ ਨਾਲ ਦੇਸ਼ ਤਰੱਕੀਆਂ ਕਰਦੇ ਹੈਗੇ ਹੈ। ਸੋ ਉਮੀਦ ਹੈ ਤੁਸੀਂ ਜਿਸ ਤਰ੍ਹਾਂ ਕਿ ਟਵਾਲ ਸਾਹਿਬ ਨੇ ਦੱਸਿਆ ਵੈਬਸਾਈਟ 'ਤੇ ਜਾ ਕੇ ਬੱਚਿਆਂ ਦੀ ਲਿਸਟ ਜ਼ਰੂਰ ਚੈੱਕ ਕਰੋਗੇ। ਉਮੀਦ ਹੈ ਤੁਸੀਂ ਕਿਸੇ ਨਾ ਕਿਸੇ ਅਨਨੋਨ ਫੈਮਿਲੀ ਦੇ ਨਾਲ ਸੇਵਾ ਦੇ ਥਰੂ ਜ਼ਰੂਰ ਕਨੈਕਟ ਹੋਵੋਗੇ। ਸੋ ਅੱਜ ਲਈ ਇੰਨਾ ਹੀ, ਦਿਓ ਸਾਨੂੰ ਇਜਾਜ਼ਤ, ਅਗਲੀ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।